हम अपने बाप के सर के मूल नहीं लेते। मेरे मुंडे ने फैसला असिस्टेंट एडवोकेट जनरल किहने छड्डिया। सवेरे आर्टिकल पढ़िया, कहता पापा दे आर अक्यूजिंग यू ऑफ नेपोटिज्म। अपनी मां नूं कहता जे चेयरमैन नहीं लित्ती मेरे मारे दा मूंह देखे, टुर गया। आज भी नहीं आया। ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਅੱਜ ਕਹਿ ਦੇਣ ਵੀ ਅਸੀਂ ਇਹ ਨੌਕਰੀ ਵਾਪਸ ਮੋੜਦੇ ਹਾਂ ਤੇ ਪੰਜਾਬ 'ਚ ਕਿਸੇ ਫੌਜੀ ਸ਼ਹੀਦ ਦੇ ਪੁੱਤ ਨੂੰ ਦੇ ਦਿੰਦੇ ਹਾਂ ਜਿਹਦੇ ਘਰੇ ਰੋਟੀ ਪੱਕਣ ਨੂੰ ਥਾਂ ਨਹੀਂ। ਮੈਂ ਤਾਂ ਕਹਿੰਦਾ ਇਹ ਦੋਨੇ ਜਿਹੜੇ ਐਮਐਲਏ ਆ ਨਾ, ਇਹਨਾਂ ਨੇ ਜਿਹੜਾ ਹਲਫੀਆ ਬਿਆਨ ਦਿੱਤਾ ਸੀ ਜਦੋਂ ਇਹ ਐਮਐਲਏ ਦੀ ਇਲੈਕਸ਼ਨ ਲੜੇ, ਉਦੋਂ ਦੇਖ ਵੀ ਲਓ ਕਿ ਇਹਨਾਂ ਦੇ ਪਰਿਵਾਰਾਂ ਦੀ ਵਿੱਤੀ ਹਾਲਤ ਕੀ। ਅੱਜ ਕਹਿ ਦੇ ਮੈਂ ਇੰਸਪੈਕਟਰ ਦੀ ਨੌਕਰੀ ਨਹੀਂ ਲੈਣੀ, ਪੂਰੇ ਪੰਜਾਬ ਨੂੰ ਪਤਾ ਲੱਗ ਜਾਊਗਾ ਫਤਿਹ ਜੰਗ ਬਾਜਵੇ ਦੇ ਪੁੱਤ ਦਾ ਨਾਮ ਵੀ ਤੇ ਉਹਦਾ ਕਿਰਦਾਰ ਵੀ। जब सर नवजोत सिंह सिद्धू कांग्रेस में आ रहे थे तो बहुत सारी सीनियर लीडरशिप जो है पंजाब की वो रुकावट भी डाल रही थी और चाहती थी वो ना आए। ਸਿੱਧੂ ਦੀ ਵੀ ਵਕਾਲਤ ਕਰਤੀ ਪ੍ਰਤਾਪ ਸਿੰਘ ਬਾਜਵਾ ਨੇ ਤੇ ਦੂਜੇ ਪਾਸੇ ਘਰ 'ਚ ਸਰਕਾਰੀ ਨੌਕਰੀ ਆ ਗਈ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਗੱਲਬਾਤ ਰਹੇਗੀ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ 2 ਗੋਲ ਕੀਤੇ ਗਏ ਨੇ, ਪਰ ਇੱਕ ਗੋਲ ਪ੍ਰਤਾਪ ਸਿੰਘ ਬਾਜਵਾ ਖਾ ਵੀ ਗਏ ਨੇ। ਉਧਰ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦੀ ਯਾਦ ਆਉਣ ਲੱਗੀ ਹੈ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਦੇ ਉੱਤੇ ਕੱਲ੍ਹ ਦੇ ਦਿਨ ਤੋਂ ਬਾਅਦ ਕੀ ਕੁਝ ਅਜਿਹਾ ਹੋਇਆ ਉਸ ਦੇ ਉੱਤੇ ਗੱਲਬਾਤ ਰੱਖਾਂਗੇ। ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਖੇਮਾ ਇੱਕ ਵਾਰ ਫਿਰ ਮਜ਼ਬੂਤ ਹੋਇਆ ਨਜ਼ਰ ਆਇਆ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਪੰਜਾਬ ਦੇ ਕਈ ਵੱਡੇ ਮਸਲੇ ਨੇ। 6ਵਾਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ, ਉਸ ਦੀਆਂ ਸਿਫਾਰਿਸ਼ਾਂ ਦੇ ਉੱਤੇ ਕੀ ਕੁਝ ਰਿਹਾ ਉਹ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ, ਔਰ ਦੋਨੇ ਜਿਹੜੇ ਵਿਧਾਇਕ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ ਮੁਬਾਰਕਾਂ। ਉਹਨਾਂ ਦੋਨਾਂ ਦੇ ਪੁੱਤਾਂ ਦੀ ਸਰਕਾਰੀ ਨੌਕਰੀ ਲੱਗ ਗਈ, ਇੱਕ ਇੰਸਪੈਕਟਰ ਬਣਾਤਾ, ਇੱਕ ਨਾਇਬ ਤਹਿਸੀਲਦਾਰ ਬਣਾਤਾ। ਸੋ ਮੈਨੂੰ ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਵਾਅਦਾ ਕੀਤਾ ਸੀ ਗਗਨ ਘਰ ਘਰ ਨੌਕਰੀ ਦਾ, ਉਸੇ ਵਾਅਦੇ 'ਚ ਬਹੁਤੇ ਲੋਕਾਂ ਨੂੰ ਤਾਂ ਚਲੋ ਪ੍ਰਾਈਵੇਟ ਨੌਕਰੀਆਂ ਮਿਲੀਆਂ, ਪਰ ਐਮਐਲਏ ਦੇ ਪੁੱਤਾਂ ਨੂੰ ਉਹਨਾਂ ਨੇ ਸੈੱਟ ਕਰਤਾ ਕਿਉਂਕਿ ਉਹਨਾਂ ਦੇ ਜਿਹੜੇ ਦਾਦੇ ਸੀ ਉਹ ਸ਼ਹੀਦ ਹੋਏ ਸੀ। ਸੋ ਚਾਹੇ ਕਈ ਵਰੇ ਲੰਘ ਗਏ ਪਰ ਵਾਅਦਾ ਨਿਭਾਤਾ ਕਾਂਗਰਸ ਦੀ ਸਰਕਾਰ ਨੇ ਵੀ ਅਸੀਂ ਜਿਹੜੇ ਸਾਡੇ ਸ਼ਹੀਦ ਹੋਏ ਨੇ ਭਾਵੇਂ ਉਹਨਾਂ ਦੇ ਪੋਤੇ ਪੋਤਰੀਆਂ ਹੋ ਜਾਣ ਅੱਗੇ ਵੀ ਅਸੀਂ ਵਾਅਦੇ ਜ਼ਰੂਰ ਪੂਰੇ ਕਰਾਂਗੇ। ਸੋ ਦੋਨੇ ਵਿਧਾਇਕਾਂ ਨੂੰ ਮੁਬਾਰਕਾਂ, ਫਤਿਹ ਜੰਗ ਬਾਜਵਾ ਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਪਰ ਮੈਂ ਫਤਿਹ ਜੰਗ ਬਾਜਵਾ ਤੋਂ ਗੱਲ ਮੈਂ ਹੀ ਸ਼ੁਰੂ ਕਰ ਲੈਣਾ ਗਗਨ। ਫਤਿਹ ਜੰਗ ਬਾਜਵਾ ਜਿੱਦਣ 2 ਜੂਨ ਨੂੰ ਗਏ ਸੀ ਨਾ ਦਿੱਲੀ, ਉਦਣ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ। ਉਦਣ ਫਤਿਹ ਜੰਗ ਬਾਜਵਾ ਕਹਿੰਦੇ ਸੀ ਇਹੋ ਜਿਹੀ ਕੋਈ ਗੱਲ ਨਹੀਂ, ਇਹ ਸ਼ਗੁਫਾ ਹੈ। ਇਹ ਸੁਣਾ ਵੀ ਦਈਓ ਅੱਜ ਕਿ ਸਾਡੇ ਪੰਜਾਬ ਦੇ ਵਿਧਾਇਕ ਨੇ ਜਿਹੜੇ ਉਹ ਕੋਈ ਸਮਝੌਤਾ ਨਹੀਂ ਕਰਦੇ ਕਿਸੇ ਗੱਲ ਨਾਲ। ਫਤਿਹ ਜੰਗ ਬਾਜਵਾ ਕਹਿੰਦੇ ਸੀ, ਉਹਨਾਂ ਦਾ ਇਸ਼ਾਰਾ ਸੀ ਵੀ ਸ਼ਾਇਦ ਇਹ ਕੋਈ ਸਾਜ਼ਿਸ਼ ਜੀ ਰਚੀ ਜਾ ਰਹੀ ਹੈ, ਕੋਈ ਇਹੋ ਜਿਹੀ ਗੱਲ ਜੀ ਕੀਤੀ ਸੀ ਉਹਨਾਂ ਨੇ। ਪੂਰੀ ਸਾਜ਼ਿਸ਼ ਕਿਹਾ, ਪਤਾ ਨਹੀਂ ਕਿਹਾ। ਤੁਸੀਂ ਗੱਲ ਪੂਰੀ ਸੁਣਾ ਦਿਓ ਪਹਿਲਾਂ ਫਤਿਹ ਜੰਗ ਬਾਜਵਾ ਦੀ, ਵੀ ਜਿੱਦਣ ਉਹਨਾਂ ਨੂੰ ਸਵਾਲ ਪੁੱਛਿਆ ਸੀ 2 ਜੂਨ ਨੂੰ ਦਿੱਲੀ ਕਮੇਟੀ ਅੱਗੇ ਗਏ ਸੀ ਫਤਿਹ ਜੰਗ ਬਾਜਵਾ ਵੀ ਤੁਹਾਡੇ ਪੁੱਤ ਨੂੰ ਕਹਿੰਦੇ ਜੀ ਨੌਕਰੀ ਦੇਣੀ ਹੈ, ਉਦਣ ਫਤਿਹ ਜੰਗ ਬਾਜਵਾ ਕਹਿੰਦੇ ਵੀ ਮੈਂ ਇੱਕ ਮਿੰਟ ਸੁਣ ਹੀ ਲਵਾਂ। ਹਾਂ, ਉਦਣ ਫਤਿਹ ਜੰਗ ਬਾਜਵਾ ਕਹਿੰਦੇ ਸੀ ਇਹ ਛੜਯੰਤਰ ਹੈ। ਫਿਰ ਕਹਿੰਦੇ ਵੀ ਅਸੀਂ ਆਪਣੇ ਫਤਿਹ ਜੰਗ ਬਾਜਵਾ ਕਹਿੰਦੇ ਵੀ ਆਪਣੇ ਪਿਤਾ ਦੀ ਕੁਰਬਾਨੀ ਦਾ ਇਸ ਤਰੀਕੇ ਨਾਲ ਉਹਨਾਂ ਨੇ ਇਸ਼ਾਰਿਆਂ 'ਚ ਕਿਹਾ ਸੀ ਵੀ ਅਸੀਂ ਮੁੱਲ ਨਹੀਂ ਪਾਉਂਦੇ। ਤੇ ਆਹ ਮੈਨੂੰ ਲੱਗਦਾ ਬਿਨਾਂ ਫਤਿਹ ਜੰਗ ਬਾਜਵਾ ਨੂੰ ਦੱਸੇ ਹੀ ਕੈਪਟਨ ਅਮਰਿੰਦਰ ਨੇ ਫੈਸਲਾ ਕਰਤਾ ਤੇ ਮੈਨੂੰ ਨਹੀਂ ਲੱਗਦਾ ਗਗਨ ਕਿ ਫਤਿਹ ਜੰਗ ਬਾਜਵਾ ਇਹ ਫੈਸਲਾ ਪ੍ਰਵਾਨ ਕਰਨਗੇ। ਸੋ ਅੱਜ ਇੰਤਜ਼ਾਰ ਕਰਦੇ ਹਾਂ ਫਤਿਹ ਜੰਗ ਬਾਜਵਾ ਕੀ ਕਹਿੰਦੇ ਨੇ। ਉਸ ਦਿਨ 2 ਜੂਨ ਵਾਲੀ ਗੱਲ ਫਤਿਹ ਜੰਗ ਬਾਜਵਾ ਉਹਨਾਂ ਦੀ ਸੁਣਾ ਦਿਓ, ਕਿਉਂਕਿ ਜਿਹੜੇ ਸਾਡੇ ਐਮਐਲਏ ਨੇ ਨਾ ਪੰਜਾਬ ਦੇ ਗਗਨ, ਉਹ ਚਾਨਣ ਮਨਾਰੇ ਹੁੰਦੇ ਨੇ। ਐਮਐਲਏਆਂ ਤੋਂ ਲੋਕ ਸੇਧ ਲੈਂਦੇ ਨੇ। ਜਿਹੜੀ ਤੁਸੀਂ ਗੱਲ ਕੀਤੀ ਸੀ ਨਾ, ਸਿੱਧੂ ਦਾ ਪੁੱਤ ਯਾਦ ਆ ਗਿਆ। ਸਿੱਧੂ ਦਾ ਪੁੱਤ ਮੈਨੂੰ ਵੀ ਯਾਦ ਆਇਆ ਸੀ। ਸੋ ਅਸਲ 'ਚ ਸਿੱਧੂ ਦਾ ਪੁੱਤ ਉਹ ਆਪਣੀ ਨੌਕਰੀ ਛੱਡ ਗਿਆ ਸੀ ਸਰਕਾਰੀ। ਮੇਰਾ ਖਿਆਲ ਸਿੱਧੂ ਦੇ ਪੁੱਤ ਨੂੰ ਬਣਾਤਾ ਸੀ ਇਹਨਾਂ ਨੇ ਅਸਿਸਟੈਂਟ ਐਡਵੋਕੇਟ ਜਨਰਲ ਲਾਤਾ ਸੀ ਸਿੱਧੂ ਦਾ ਪੁੱਤ ਕੈਪਟਨ ਦੀ ਸਰਕਾਰ ਨੇ। ਤੇ ਉਹ ਕਹਿੰਦਾ ਵੀ ਮੈਂ ਆਪਣੇ ਬਾਪ 'ਤੇ ਇਲਜ਼ਾਮ ਨਹੀਂ ਲੱਗਣ ਦੇਣੇ ਵੀ ਬਾਪ ਮੰਤਰੀ ਹੈ ਤੇ ਪੁੱਤ ਨੂੰ ਵੀ ਨੌਕਰੀ ਮਿਲ ਗਈ। ਤੇ ਧਰਮ ਪਤਨੀ ਵੀ ਨਵਜੋਤ ਕੌਰ ਸਿੱਧੂ ਦੀ ਧਰਮ ਪਤਨੀ, ਉਹਨੇ ਵੀ ਅਹੁਦਾ ਨਹੀਂ ਸੀ ਸਾਂਭਿਆ, ਉਹਨੂੰ ਵੀ ਮੈਨੂੰ ਲੱਗਦਾ ਕੋਈ ਚੇਅਰਮੈਨੀ ਜਾਂ ਕੋਈ ਵੱਡਾ ਅਹੁਦਾ ਸਰਕਾਰ ਦੇ ਚੱਲੀ ਸੀ। ਸੋ ਇੱਕ ਗੱਲ ਹੈ, ਕੈਪਟਨ ਅਮਰਿੰਦਰ ਦੀ ਸਰਕਾਰ ਜਿਹੜੇ ਵਿਧਾਇਕ ਨੇ ਨਾ ਜਾਂ ਮੰਤਰੀ ਨੇ ਉਹਨਾਂ ਨੂੰ ਇੱਕੋ ਅੱਖ ਨਾਲ ਦੇਖਦੀ ਹੈ, ਕੋਈ ਭੇਦਭਾਵ ਨਹੀਂ। ਜਿਹੜਾ ਮਰਜ਼ੀ ਜਿਹੜਾ ਹੱਕਦਾਰ ਹੈ ਉਹ ਆ ਕੇ ਸਰਕਾਰ ਤੋਂ ਗੱਫਾ ਲੈ ਸਕਦਾ।
ਤੇ ਫਤਿਹ ਜੰਗ ਬਾਜਵਾ ਦੀ ਗੱਲ ਸੁਣਾ ਦਿਓ, ਫਿਰ ਤੁਸੀਂ ਆਪਣੇ ਸਵਾਲ ਅੱਗੇ ਸ਼ੁਰੂ ਕਰਿਓ। ਫਤਿਹ ਜੰਗ ਬਾਜਵਾ ਨੇ ਜਿਹੜੀ 2 ਜੂਨ ਨੂੰ ਗੱਲ ਕਹੀ ਸੀ, ਉਦੋਂ ਉਹਨਾਂ ਨੇ ਕਿਹਾ ਸੀ ਪੁੱਤ ਦੀ ਨੌਕਰੀ ਤੇ ਕੀ ਕਿਹਾ ਸੀ, ਤੁਸੀਂ ਸੁਣ ਲਓ। ਮੈਂ ਤਾਂ ਕਹਿੰਦਾ 2 ਵਾਰ ਸੁਣਾ ਦਿਓ ਫਤਿਹ ਜੰਗ ਬਾਜਵਾ ਦੀ ਗੱਲ, ਤਾਂ ਕਿ ਚੰਗੀ ਤਰ੍ਹਾਂ ਸਪਸ਼ਟ ਹੋ ਜਾए। ये सब षड्यंत्र है, मैं आपको बोल रहा हूँ। और जो मेरी स्टेटमेंट है मैं वो आपको देगी। हम अपने बाप के सर पे मूल नहीं लेते, समझे कि नहीं जी। पॉलिटिकल षड्यंत्र है, ऐसी कोई बात नहीं। और बाजवा परिवार अपने बाप की कोई कीमत, उसका मूल कुछ नहीं, कोई तोड़ नहीं। हमने अपने देश के लिए शहादत दी है, अपनी पार्टी के लिए शहादत दी है। हमारे फादर 87 में शहीद हुए थे पार्टी और अपने देश के लिए। सो ये जो बातें हैं ना, ये वक्ती तौर पे ऐसे शगुफे निकाले जाते हैं, ऐसी कोई बात। ये खाली विवाद। ਤੇ ਡਾਲਾ ਸਾਹਿਬ 16 ਦਿਨ ਹੋਏ ਨੇ ਬਿਆਨ ਦਿੱਤੇ ਨੂੰ, ਅੱਜ ਠੀਕ 16 ਦਿਨ ਬਾਅਦ ਨੌਕਰੀ ਮਿਲ ਚੁੱਕੀ ਹੈ ਪ੍ਰਤਾਪ। ਹੋ ਸਕਦਾ ਕਿ ਫਤਿਹ ਜੰਗ ਬਾਜਵਾ ਹੁਣ ਇਸ ਦੇ ਉੱਤੇ ਸਪਸ਼ਟੀਕਰਨ ਦੇ ਦੇਣ, ਹੋ ਸਕਦਾ ਕਿ ਅਸਤੀਫਾ ਵੀ ਆ ਜਾਵੇ ਕਿ ਅਸੀਂ ਨੌਕਰੀ ਜਿਹੜੀ ਆ ਉਹ ਨਹੀਂ ਲੈਣੀ, ਹੋ ਸਕਦਾ ਠੋਕਰ ਮਾਰ ਦੇਣ ਜੀ ਨੌਕਰੀ ਨੂੰ। ਦੇਖੋ ਇੰਸਪੈਕਟਰ ਦਾ ਅਹੁਦਾ ਤਾਂ ਬੜਾ ਇੱਜ਼ਤ ਵਾਲਾ ਹੁੰਦਾ। ਸਾਡੇ ਕਿੰਨੇ ਨੌਜਵਾਨ ਪੰਜਾਬ ਪੁਲਿਸ ਦੇ ਇੰਸਪੈਕਟਰ ਬਹਾਦਰ ਨੇ, ਇੱਕ ਨੂੰ ਮੈਂ ਵੀ ਜਾਣਦਾ, ਇੱਕ ਦੋ ਇੰਸਪੈਕਟਰਾਂ ਨੂੰ ਮੈਂ ਜਾਣਦਾ, ਬੜੇ ਕਾਬਲ ਅਫਸਰ ਨੇ, ਪਰ ਬੜੀਆਂ ਮਿਹਨਤਾਂ ਕਰਕੇ ਬਣੇ ਨੇ ਉਹ। ਗਗਨ ਦੇਖੋ ਅੱਤਵਾਦ ਦੇ ਦੌਰ 'ਚ ਕਿੰਨੇ ਲੋਕ ਚਲੇ ਗਏ ਪੰਜਾਬ ਦੇ, ਲੀਡਰ ਵੀ ਚਲੇ ਗਏ, ਪੰਜਾਬ ਦੇ ਆਮ ਲੋਕ ਵੀ ਚਲੇ ਗਏ, ਔਰ ਸਾਰੇ ਭਾਈਚਾਰਿਆਂ ਦੇ ਲੋਕ ਗਏ। ਇਹ ਨਹੀਂ ਵੀ ਕਿਸੇ ਇੱਕ ਭਾਈਚਾਰੇ ਦਾ ਹੀ ਗਿਆ, ਸਾਰਿਆਂ ਦੇ ਹੀ ਲੋਕ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਕੀ ਸਾਰਿਆਂ ਦੇ ਪੁੱਤ ਇੰਸਪੈਕਟਰ ਲਾਤੇ, ਨਾਇਬ ਤਹਿਸੀਲਦਾਰ ਲਾਤੇ? ਸਵਾਲ ਇਹ ਬਹੁਤ ਵੱਡਾ ਵੀ MLA ਨੂੰ ਤਾਂ ਵੈਸੇ ਹੀ ਨਹੀਂ ਪੈਨਸ਼ਨ ਮੁੱਕਦੀ ਜੀ। MLA ਨੂੰ ਤਾਂ ਵੈਸੇ ਹੀ ਨਹੀਂ ਪੈਨਸ਼ਨ ਮੁੱਕਦੀ। ਜਿਹੜੇ ਸ਼ਹਾਦਤ ਦੇ ਗਏ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਵੀ ਉਹ ਸ਼ਹੀਦ ਹੋ ਗਏ। ਹੁਣ ਜਦੋਂ ਨੌਕਰੀਆਂ ਹੀ ਮਿਲ ਗਈਆਂ ਤੇ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਇਹੀ ਕਹਿਣਾ ਵੀ ਉਹ MLA ਦੁਨੀਆ ਤੋਂ ਚਲੇ ਗਏ, ਵੀ ਦੁਨੀਆ ਤੋਂ ਚਲੇ ਗਏ ਸੀ। ਕਿਉਂਕਿ ਹੁਣ ਕੀ ਕਹੀਏ, ਪੰਜਾਬੀ ਦੀਆਂ ਕਹਾਵਤਾਂ ਤਾਂ ਕਈ ਨੇ ਗਗਨ, ਪਰ ਸਤਿਕਾਰ ਬਹੁਤ ਹੈ। ਜਾਂ ਤਾਂ ਹੋਵੇ ਨਾ ਕਿ MLA ਦੇ ਪਰਿਵਾਰ ਰੋਜ਼ੀ ਰੋਟੀ ਤੋਂ ਬਹੁਤ ਔਖੇ ਨੇ, ਵੀ 2 ਵਕਤ ਦੀ ਰੋਟੀ ਬੜੀ ਔਖੀ ਜੁੜਦੀ ਹੈ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਫਿਰ ਤਾਂ ਅਸੀਂ ਵੀ ਕਹੀਏ ਕਿ ਸ਼ਹਾਦਤ ਦੇ ਗਿਆ ਸੀ ਐਡਾ ਵੱਡਾ ਸਾਡਾ MLA ਲੀਡਰ ਸਾਡਾ, ਤੇ ਤੁਸੀਂ ਉਹਦੇ ਪਰਿਵਾਰ ਦਾ ਆਹ ਹਾਲ ਹੈ। ਜਿਵੇਂ ਆਪਾਂ ਊਧਮ ਸਿੰਘ ਦੇ ਰਿਸ਼ਤੇਦਾਰਾਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੀ ਗੱਲ ਕਰਦੇ ਸੀ ਵੀ ਇਹਦਾ ਘਰ ਤਾਂ ਬਣਾ ਦਿਓ ਭਾਈ, ਉਹਨੂੰ ਸਮਾਰਕ ਬਣਾ ਦਿਓ ਚੰਗੀ ਤਰ੍ਹਾਂ। ਕਰਤਾਰ ਸਿੰਘ ਸਰਾਭੇ ਦੇ ਘਰ ਦੀ ਆਪਾਂ ਗੱਲ ਕਰਦੇ ਸੀ, ਇੱਟਾਂ ਨਾਲ ਟੁੱਟਿਆ ਪਿਆ ਸੀ, ਅਸੀਂ ਬੜਾ ਰਿਪੋਰਟਾਂ ਅਖਬਾਰਾਂ 'ਚ ਛਾਪੀਆਂ, ਤਾਂ ਕਿਤੇ ਬਣਾਇਆ ਉਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ, ਤਾਂ ਕਿਤੇ ਗ੍ਰਾਂਟ ਆਈ। ਦੇਖੋ ਸ਼ਹੀਦਾਂ ਦੇ ਘਰ ਲਵਾਰਸ, ਉਹਨਾਂ ਨੂੰ ਸਾਂਭਣ ਲਈ ਕਿੱਡਾ ਜ਼ੋਰ ਲਾਉਣਾ ਪੈਂਦਾ। ਸ਼ਹੀਦ ਭਗਤ ਸਿੰਘ ਉਹਨਾਂ ਦੇ ਬੁੱਤਾਂ ਲਈ ਕਿੱਡੀ ਲੜਾਈ ਲੜੀ ਹੈ। ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅੱਜ ਤੱਕ ਸਰਕਾਰੀ ਤੌਰ ਤੇ ਸ਼ਹੀਦ ਨਹੀਂ ਐਲਾਨਿਆ ਗਿਆ, ਐਡੀਆਂ ਲੜਾਈਆਂ ਨੇ। ਤੇ ਦੇਖੋ ਸਾਡੀ ਸਰਕਾਰ ਨੇ ਮਿੰਟ ਨਹੀਂ ਲਾਇਆ, ਮਿੰਟ ਮਤਲਬ ਫੈਸਲਾ ਕਰਨ ਨੂੰ, ਉੱਦਾਂ ਕਈ ਸਾਲ ਲਾਤੇ। ਪਰ ਹੁਣ ਮੈਨੂੰ ਨਹੀਂ ਪਤਾ ਕਿ ਇਹ ਦੋਵੇਂ ਜਿਹੜੇ MLA ਆ ਇਹਨਾਂ ਦੇ ਪਰਿਵਾਰਾਂ 'ਚ ਇਹਦੀ ਲੋੜ ਸੀ ਜਾਂ ਨਹੀਂ ਲੋੜ ਸੀ। ਹੋ ਸਕਦਾ ਗਗਨ ਲੋੜ ਵੀ ਹੋਵੇ, ਉੱਪਰੋਂ ਲੱਗਦੇ ਹੁਣ MLA ਬਹੁਤ ਰਈਸ ਨੇ, ਜਾਂ ਇਹਨਾਂ ਨੂੰ ਚੰਗੀ ਤਨਖਾਹ ਜਾਂ ਪੈਨਸ਼ਨ ਮਿਲਦੀ ਆ, ਹੋ ਸਕਦਾ ਕਰਜ਼ੇ 'ਚ ਹੀ ਡੁੱਬੇ ਹੋਣ। ਇਹ ਤਾਂ ਹੁਣ ਰੱਬ ਹੀ ਜਾਣਦਾ ਗਗਨ। ਬਿਲਕੁਲ ਸੋ ਜਿਹੜੀ ਸਰਕਾਰ ਨੇ ਨੌਕਰੀ ਦਿੱਤੀ ਹੈ ਸੋਚ ਸਮਝ ਕੇ ਦਿੱਤੀ ਹੋਣੀ। ਬਿਲਕੁਲ ਸੋ ਇਹ ਜ਼ਰੂਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਅਸੀਂ ਜਿਹੜਾ ਅਧਿਕਾਰਿਕ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਜਦੋਂ ਇਲੈਕਸ਼ਨ ਦੇ ਟਾਈਮ ਦੇ ਉੱਤੇ ਆਪਣੀ ਸੰਪत्ति ਦਾ ਇਹ ਅੰਕੜਾ ਦਿੰਦੇ ਨੇ, ਉਸ ਵੇਰਵੇ ਨੂੰ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੇ ਕਰਾਂਗੇ। ਮੈਂ ਤਾਂ ਕਹਿੰਦਾ ਇਹ ਦੋਨੇ ਜਿਹੜੇ MLA ਆ ਨਾ ਜੀ, ਇਹਨਾਂ ਨੇ ਜਿਹੜਾ ਹਲਫੀਆ ਬਿਆਨ ਦਿੱਤਾ ਸੀ ਜਦੋਂ ਇਹ MLA ਦੀ ਇਲੈਕਸ਼ਨ ਲੜੇ, ਉਦੋਂ ਦੇਖ ਵੀ ਲਓ ਕਿ ਇਹਨਾਂ ਦੇ ਪਰਿਵਾਰਾਂ ਦੀ ਵਿੱਤੀ ਹਾਲਤ ਕੀ ਹੈ, ਕਿਹੋ ਜਿਹੀ ਵਿੱਤੀ ਹਾਲਤ ਹੈ। ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਇਹਨਾਂ ਦੋਨੇ MLAਆਂ ਦੇ ਵਿੱਤੀ ਹਾਲਤ ਹੈ ਜਿਹੜੀ ਪਰਿਵਾਰਾਂ ਦੀ, ਉਹਦੀ ਵੀ ਗੱਲ ਕਰਾਂਗੇ। ਔਰ ਮੈਨੂੰ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਗੱਲ ਕਰਨੀ ਬਣਦੀ ਹੈ ਗਗਨ। ਪ੍ਰਤਾਪ ਸਿੰਘ ਬਾਜਵਾ ਨੇ 2 ਗੋਲ ਕੀਤੇ। ਇੱਕ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਮੇਰਾ ਕੈਪਟਨ ਅਮਰਿੰਦਰ ਨਾਲ ਕੋਈ ਸਮਝੌਤਾ ਨਹੀਂ, ਕੋਈ ਮੀਟਿੰਗਾਂ ਨਹੀਂ। 2 ਕਹਿੰਦੇ ਜਾਂਚਾਂ ਨੇ, 2 ਫਾਈਲਾਂ ਪਈਆਂ ਨੇ, ਰਿਪੋਰਟਾਂ, ਇੱਕ ਨਸ਼ੇ ਵਾਲੀ ਰਿਪੋਰਟ ਪਈ ਕਹਿੰਦੇ, ਇੱਕ ਹੋਰ ਕਿਹੜੀ, ਇੱਕ ਬੇਅਦਬੀ ਵਾਲੀਆਂ ਰਿਪੋਰਟਾਂ। ਵੀ ਇਹਨਾਂ ਰਿਪੋਰਟਾਂ ਦੇ ਆਧਾਰ ਤੇ ਕਾਰਵਾਈ ਕਰੋ, ਤਦ ਤੱਕ ਮੇਰਾ ਕੈਪਟਨ ਅਮਰਿੰਦਰ ਨਾਲ ਕੋਈ ਸਮਝੌਤਾ ਨਹੀਂ। ਸੋ ਇਹ ਗੱਲ ਬੜੀ ਚੰਗੀ ਲੱਗੀ ਮੈਨੂੰ ਪ੍ਰਤਾਪ ਸਿੰਘ ਬਾਜਵਾ ਦੀ। ਜਦੋਂ ਮੈਂ ਦੁਪਹਿਰੇ ਪ੍ਰਤਾਪ ਸਿੰਘ ਬਾਜਵਾ ਦੀ ਪ੍ਰੈਸ ਕਾਨਫਰੰਸ ਸੁਣੀ ਗਗਨ, ਮੈਂ ਵੀ ਚੰਡੀਗੜ੍ਹ ਸੀ, ਮੈਂ ਰਸਤੇ 'ਚ ਆ ਰਿਹਾ ਸੀ, ਮੈਂ ਮੋਬਾਈਲ 'ਤੇ ਸੁਣਦਾ ਆ ਰਿਹਾ ਸੀ, ਮੈਂ ਬੜਾ ਖੁਸ਼ ਹੋਇਆ। ਮੈਂ ਕਿਹਾ ਪ੍ਰਤਾਪ ਬਾਜਵਾ ਨੇ ਅੱਜ ਫਿਰ ਖਿੱਚਤਾ ਕੰਮ, ਪੰਜਾਬੀ ਜਿਹਨੂੰ ਆਪਾਂ ਕਹਿੰਦੇ ਆ ਨਾ, ਵੀ ਕਹਿੰਦਾ ਮੈਂ ਨਹੀਂ ਸਮਝੌਤਾ ਕਰਦਾ ਅਸੂਲਾਂ 'ਤੇ। ਫਿਰ ਪ੍ਰਤਾਪ ਬਾਜਵਾ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਰਤੀ, ਉਹ ਕਹਿੰਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲਣਾ ਚਾਹੀਦਾ ਉਹਦਾ, ਮੈਂ ਵਕਾਲਤ ਕਰਦਾ, ਇੱਦਾਂ ਹੀ ਕਿਹਾ। ਮੈਂ ਫਿਰ ਨਾਲ ਮੇਰੇ ਡਰਾਈਵਰ ਸੀ, ਮੈਂ ਕਿਹਾ ਗੱਡੀ ਹੌਲੀ ਕਰ। ਮੈਂ ਫਿਰ ਦੁਬਾਰਾ ਸੁਣੀ ਗੱਲ ਪ੍ਰਤਾਪ ਸਿੰਘ ਬਾਜਵਾ ਦੀ, ਤੇ ਮੈਨੂੰ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਇਸ ਸਿਆਸਤ 'ਚ ਨਵੇਂ ਮੀਲ ਪੱਥਰ ਸਥਾਪਿਤ ਕਰੂਗਾ, ਮੀਲ ਪੱਥਰ। ਪਰ ਥੋੜੀ ਦੇਰ ਬਾਅਦ ਹੀ ਖਬਰ ਆ ਗਈ
ਕਿ ਫਤਿਹ ਜੰਗ ਬਾਜਵਾ ਦੇ ਪੁੱਤ ਨੂੰ ਇੰਸਪੈਕਟਰ ਦੀ ਨੌਕਰੀ ਲੱਗ ਗਈ, ਸਰਕਾਰ ਨੇ ਦੇਤੀ। ਹੁਣ ਫਤਿਹ ਜੰਗ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ ਛੋਟੇ। ਹੁਣ ਹੋ ਸਕਦਾ ਹੈ ਫਤਿਹ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੀ ਨਾ ਹੋਵੇ, ਇਹ ਗੋਲ ਖਾ ਗਿਆ ਪ੍ਰਤਾਪ ਸਿੰਘ ਬਾਜਵਾ, 2 ਗੋਲ ਕਰ ਗਿਆ। ਇਹ ਗੋਲ ਖਾ ਗਿਆ ਵੀ ਇੱਕ ਪਾਸੇ ਤਾਂ ਆਦਰਸ਼ ਸਥਾਪਿਤ ਕਰਤਾ, ਸਿੱਧੂ ਦੀ ਵੀ ਵਕਾਲਤ ਕਰਤੀ ਪ੍ਰਤਾਪ ਸਿੰਘ ਬਾਜਵਾ ਨੇ, ਤੇ ਦੂਜੇ ਪਾਸੇ ਘਰ 'ਚ ਸਰਕਾਰੀ ਨੌਕਰੀ ਆ ਗਈ ਭਰਾ ਦੇ। ਨਾ ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਹੁਣੀ ਇਹ ਕਹਿ ਦੇਣ ਵੀ ਫਤਿਹ ਜੰਗ ਬਾਜਵੇ ਦੇ ਪਰਿਵਾਰ ਦਾ ਮਾਮਲਾ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਬਜ਼ੁਰਗ ਤਾਂ ਸਾਂਝੇ ਹੀ ਹੁੰਦੇ ਹੈ ਗਗਨ, ਬਜ਼ੁਰਗ ਤਾਂ ਸਾਂਝੇ ਹੁੰਦੇ। ਜਾਂ ਤਾਂ ਫਤਿਹ ਜੰਗ ਜਾਂ ਤਾਂ ਪ੍ਰਤਾਪ ਸਿੰਘ ਬਾਜਵਾ ਅੱਜ ਕਹਿ ਦੇਣ ਵੀ ਅਸੀਂ ਇਹ ਨੌਕਰੀ ਵਾਪਸ ਮੋੜਦੇ ਹਾਂ ਤੇ ਪੰਜਾਬ 'ਚ ਕਿਸੇ ਫੌਜੀ ਸ਼ਹੀਦ ਦੇ ਪੁੱਤ ਨੂੰ ਦੇ ਦਿੰਦੇ ਹਾਂ ਜਿਹਦੇ ਘਰੇ ਰੋਟੀ ਪੱਕਣ ਨੂੰ ਥਾਂ ਨਹੀਂ, ਜਾਂ ਕਿਸੇ ਅਜਿਹੇ ਨੌਜਵਾਨ ਨੂੰ ਦੇ ਦਿੰਦੇ ਹਾਂ ਜਿਹਦੇ ਪਰਿਵਾਰ 'ਚ ਕੋਈ ਹੈ ਨਹੀਂ, ਜਾਂ ਕਿਸੇ ਬਹੁਤ ਮਿਹਨਤੀ ਵਿਦਿਆਰਥੀ ਨੂੰ ਇੰਸਪੈਕਟਰ ਦਾ ਅਹੁਦਾ ਦੇ ਦਿਓ ਵੀ ਜਿਹਨੇ ਆਦਰਸ਼ ਹਾਲਾਤ ਨਾ ਹੋਣ ਦੇ ਬਾਵਜੂਦ ਮਿਹਨਤ ਕਰਕੇ ਪੜ੍ਹਾਈ ਹਾਸਲ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਅਗਰ ਸਿੱਧੂ ਦੇ ਪੁੱਤ ਦੀ ਤਰ੍ਹਾਂ, ਫਤਿਹ ਜੰਗ ਬਾਜਵਾ ਅਗਰ ਸਿੱਧੂ ਦੇ ਪੁੱਤ ਦੀ ਤਰ੍ਹਾਂ ਆਪਣੇ ਪੁੱਤ ਤੋਂ ਇਹ ਫੈਸਲਾ ਕਰਾ ਜੇ ਅੱਜ, ਤੇ ਗਗਨ ਮੀਲ ਪੱਥਰ ਸਥਾਪਿਤ ਹੋ ਜਾਊਗਾ, ਇੱਕ ਪੰਜਾਬ ਦੇ ਵਿੱਚ ਇੱਕ ਮੀਲ ਪੱਥਰ ਸਥਾਪਿਤ ਹੋ ਜਾਊਗਾ ਕਿ ਪੰਜਾਬ ਦੇ ਲੀਡਰ ਆਦਰਸ਼ ਸਥਾਪਿਤ ਕਰ ਦਿੰਦੇ ਨੇ। ਜੀ ਬਿਲਕੁਲ। ਸੋ ਇਸ ਪ੍ਰੋਗਰਾਮ ਦੇ ਵਿੱਚ ਉਹ ਗੱਲ ਵੀ ਜ਼ਰੂਰ ਤੁਹਾਨੂੰ ਸੁਣਾਉਂਦੇ ਹਾਂ ਜਿਸ ਗੱਲ ਦੇ ਲਈ ਅਸੀਂ ਬਾਰ-ਬਾਰ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦੀ ਗੱਲ ਕਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨੀ ਉਹ ਗੱਲ ਸੁਣਾਵਾਂਗੇ ਕਿ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਨੇ ਆਪਣੀ ਮਾਤਾ ਨੂੰ ਅਤੇ ਆਪ ਖੁਦ ਇੱਕ ਸਰਕਾਰੀ ਨੌਕਰੀ ਜੋ ਕਿ ਬਹੁਤ ਵੱਡਾ ਅਹੁਦਾ ਪੰਜਾਬ ਦੇ ਵਿੱਚ ਇੱਕ ਦੂਜੇ ਨੰਬਰ ਦਾ ਅਹੁਦਾ ਵੱਡੀਆਂ ਨੌਕਰੀਆਂ ਦੇ ਵਿੱਚ ਮੰਨਿਆ ਜਾਂਦਾ, ਉਹਨੂੰ ਲੈਣ ਤੋਂ ਇਨਕਾਰ ਕੀਤਾ। ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨੀ ਉਹ ਤੁਹਾਨੂੰ ਸੁਣਾਉਂਦੇ ਹਾਂ। ਮੈਨੂੰ ਲੱਗਦਾ ਗਗਨ ਤੁਹਾਡਾ ਅੱਜ ਦਾ ਪ੍ਰੋਗਰਾਮ ਪੁੱਤ ਸਪੈਸ਼ਲ ਹੋ ਗਿਆ ਜੀ, ਅੱਜ ਪੁੱਤਾਂ ਦੇ ਪ੍ਰੋਗਰਾਮ ਹੋ ਗਿਆ। ਮੇਰੇ ਮੁੰਡੇ ਨੇ ਫੈਸਲਾ ਅਸਿਸਟੈਂਟ ਐਡਵੋਕੇਟ ਨੂੰ ਇਹ ਵੀ ਛੱਡਿਆ। ਸਵੇਰੇ ਆਰਟੀਕਲ ਪੜਿਆ, ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਆਪਣੀ ਮਾਂ ਨੂੰ ਕਹਿੰਦਾ ਜੇ ਚੇਅਰਮੈਨ ਹੀ ਲਿੱਤੀ ਮੇਰੇ ਮਰੇ ਦਾ ਮੂੰਹ ਦੇਖੇ, ਤੁਰ ਗਿਆ, ਅੱਜ ਤੇ ਨਹੀਂ ਆਇਆ। ਬਿਲਕੁਲ। ਸੋ ਗੱਲਬਾਤ ਡੱਲਾ ਸਾਹਿਬ ਤੁਸੀਂ ਵੀ ਸੁਣੀ ਆ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਕਿਹਾ ਏ, ਇਹ ਕੀ ਲੱਗਦਾ ਹੈ ਕਿ ਸਿਆਸਤ ਦੇ ਵਿੱਚ ਸਾਰਿਆਂ ਨੂੰ ਨਵੇਂ ਮੀਲ ਪੱਥਰ ਤਿਆਰ ਕਰਨੇ ਨਹੀਂ ਚਾਹੀਦੇ? ਕਿਉਂਕਿ ਲਗਾਤਾਰ ਜੇਕਰ ਅਸੀਂ ਵੀ ਪ੍ਰੋਗਰਾਮ ਦੇ ਬਿਆਨ ਸੀ ਨਾ, ਇਹ ਜਿਹੜਾ ਬਿਆਨ ਸੀ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਕਈ ਸਿੱਧੂ ਤੇ ਸਵਾਲ ਚੱਕਦੇ ਆ ਵੀ ਉਹਨੇ ਕੀਤਾ ਕੀ। ਦੇਖੋ ਉਦਾਹਰਨ ਹੈ ਨਾ, ਜਿਹੜੀ ਉਦਾਹਰਨਾਂ ਵਿਰਲੀਆਂ ਹੁੰਦੀਆਂ। ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਛੱਡੀ, ਕਹਿੰਦਾ ਮੈਂ ਪੰਜਾਬ ਨਹੀਂ ਛੱਡਣਾ। ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡਤਾ, ਮੈਂ ਕਹਿੰਦਾ ਮੰਤਰੀ ਦਾ ਅਹੁਦਾ ਤੇ ਰਾਜ ਸਭਾ ਦੀ ਮੈਂਬਰੀ ਵੀ ਛੋਟੀ ਹੈ। ਸਿੱਧੂ ਨੇ ਸਰਕਾਰੀ ਕੋਠੀ ਉਸੇ ਦਿਨ ਛੱਡਤੀ, ਇਹ ਉਦਾਹਰਨ ਸੀ। ਨਹੀਂ ਤਾਂ ਸਾਡੇ ਲੀਡਰ ਸਰਕਾਰੀ ਕੋਠੀਆਂ ਛੱਡ ਦਿਆ ਗਏ, ਲੀਡਰਾਂ ਦਾ ਵਸ ਚੱਲੇ ਸਰਕਾਰੀ ਕੋਠੀਆਂ ਦੇ ਬਾਲੇ ਲਾ ਲੈਣ। ਸਾਰੇ ਨਹੀਂ, ਜਿਹੜੇ ਕਰਪਟ ਨੇ ਉਹਨਾਂ ਦੀ ਗੱਲ ਕਰਦਾ। ਹੁਣ ਇਹੀ ਉਦਾਹਰਨ ਹੈ। ਹੁਣ ਸਿੱਧੂ ਦੇ ਪੁੱਤ ਨੇ ਇਹ ਉਦਾਹਰਨ ਦੇ ਕੇ ਇਹ ਕਹਿਣ ਜੋਗਾ ਕਰਤਾ ਪੰਜਾਬ 'ਚ ਲੋਕਾਂ ਨੂੰ ਵੀ ਸਿੱਧੂ ਦੇ ਪੁੱਤ ਨੇ ਤਾਂ ਨੌਕਰੀ ਲਈ ਨਹੀਂ ਸੀ। ਹੁਣ ਗੱਲ ਇਹ ਆ ਵੀ ਪੁੱਤ ਪੋਤੀ ਹੁੰਦਾ, ਸਿੱਧੂ ਦਾ ਹੋਵੇ ਜਾਂ ਕਿਸੇ ਹੋਰ ਦਾ, ਪਰ ਗੱਲ ਇਹ ਹੈ ਕਿ ਪਰਿਵਾਰਾਂ 'ਚ ਆਦਰਸ਼ ਕਿਵੇਂ ਸਥਾਪਿਤ ਕੀਤੇ ਜਾਂਦੇ ਨੇ। ਮੁਕਾਬਲਾ ਇਹਦਾ ਕਿਹੜਾ ਪਰਿਵਾਰ ਆਦਰਸ਼ ਸਥਾਪਿਤ ਕਰਦਾ ਹੈ, ਮੁਕਾਬਲਾ ਇਹ ਹੈ ਸਿਆਸਤ ਦੇ ਵਿੱਚ। ਜਿਹੜਾ ਪਰਿਵਾਰ ਆਦਰਸ਼ ਸਥਾਪਿਤ ਕਰ ਜਾਂਦਾ ਗਗਨ, ਉਹ ਲੋਕਾਂ ਦਾ ਅੱਖਾਂ ਦਾ ਤਾਰਾ ਬਣ ਜਾਂਦਾ। ਸੋ ਬਿਲਕੁਲ ਡੱਲਾ ਸਾਹਿਬ, ਉਧਰ ਦੂਜੇ ਪਾਸੇ ਇਸ ਮਸਲੇ ਦੇ ਉੱਤੇ ਵੱਖ-ਵੱਖ ਸਿਆਸੀ ਪ੍ਰਤੀਕਰਮ ਵੀ ਨੇ। ਮੈਂ ਕਹਿੰਦਾ ਕਿ ਮੈਂ ਇੱਕ ਸਿੱਧੂ ਦੀ ਧੀ ਦੀ ਗੱਲ ਵੀ ਕਰਦਾ। ਉਦੋਂ ਹੁਣ ਕਿਸਾਨਾਂ ਦਾ ਮਸਲਾ ਸੀ, ਲੋਕ ਕਹਿੰਦੇ ਵੀ ਸਿੱਧੂ ਕਿੱਥੇ ਝੰਡਾ ਲਹਿਰਾਊਗਾ। ਸਿੱਧੂ ਤਾਂ ਪਟਿਆਲੇ ਬੈਠਾ ਕਿਉਂਕਿ ਸਿੱਧੂ ਬਿਮਾਰ ਸੀ। ਸਿੱਧੂ ਦੀ ਧੀ ਨੇ ਅੰਮ੍ਰਿਤਸਰ ਝੰਡਾ ਚੱਕ ਲਿਆ, ਕੋਠੇ ਤੇ ਲਹਿਰਾਤਾ। ਉਹ ਵੀ ਦੇਖੋ, ਉਹਨੇ ਵੀ ਉਸ ਦਿਨ ਉਦਾਹਰਨ ਪੇਸ਼ ਕੀਤੀ। ਮੈਨੂੰ ਕੋਈ ਹੋਰ MP ਦੱਸੋ ਜਾਂ MLA ਦੱਸੋ ਕਿਸੇ ਦੇ ਪੁੱਤ ਨੇ ਕੋਠੇ ਤੇ ਚੜ੍ਹ ਕੇ ਝੰਡਾ ਲਹਿਰਾ ਕੇ ਤਸਵੀਰ ਪਾਈ ਹੋਵੇ। ਹੋ ਸਕਦਾ ਕਿਸੇ ਨੇ ਪਾਈ ਵੀ ਹੋਵੇ, ਮੈਂ ਦੇਖੀ ਨਾ ਹੋਵੇ, ਪਰ ਉਹ ਸੁਰਖੀਆਂ 'ਚ ਕਿਉਂ ਨਹੀਂ ਆਇਆ ਗਗਨ? ਕਿਉਂ ਨਹੀਂ ਆਇਆ ਸੁਰਖੀਆਂ 'ਚ? ਕਿਉਂਕਿ ਉਦਾਹਰਨਾਂ ਪੇਸ਼ ਕਰਨੀਆਂ ਪੈਂਦੀਆਂ। ਇੱਕ ਅੱਧੀ ਵਾਰੀ ਉਦਾਹਰਨ ਦਓਗੇ, ਅਗਲੀ ਵਾਰੀ ਸੁਰਖੀਆਂ 'ਚ ਆ ਜਾਓਗੇ। ਅੱਜ ਪ੍ਰਤਾਪ ਬਾਜਵੇ ਦਾ ਪੁੱਤ ਕਹਿ ਦੇ ਵੀ ਮੈਂ ਇੰਸਪੈਕਟਰ ਦੀ ਨੌਕਰੀ ਨਹੀਂ ਲੱਗਣੀ। ਪ੍ਰਤਾਪ ਬਾਜਵੇ ਦੇ ਪੁੱਤ, ਫਤਿਹ ਜੰਗ ਬਾਜਵੇ ਦਾ ਪੁੱਤ, ਭਤੀਜਾ ਪ੍ਰਤਾਪ ਬਾਜਵੇ ਦਾ, ਅੱਜ ਕਹਿ ਦੇ ਮੈਂ ਇੰਸਪੈਕਟਰ ਦੀ ਨੌਕਰੀ ਨਹੀਂ ਲੈਣੀ। ਪੂਰੇ ਪੰਜਾਬ ਨੂੰ ਪਤਾ ਲੱਗ ਜਾਊਗਾ ਫਤਿਹ ਜੰਗ ਬਾਜਵੇ ਦੇ ਪੁੱਤ ਦਾ ਨਾਮ ਵੀ ਤੇ ਉਹਦਾ ਕਿਰਦਾਰ ਵੀ। ਅੱਜ ਰਕੇਸ਼ ਪਾਂਡੇ ਦਾ ਪੁੱਤ ਕਹਿ ਦੇ ਵੀ ਮੈਂ ਨਾਇਬ ਤਹਿਸੀਲਦਾਰ ਨਹੀਂ ਬਣਨਾ, ਪੂਰੇ ਪੰਜਾਬ ਨੂੰ ਪਤਾ ਲੱਗ ਜਾਊਗਾ। ਬਾਕੀ ਜੇ ਸਿਆਸਤ ਕਰਨੀ ਹੈ, ਜਿਹੜੇ ਪਰਿਵਾਰ ਸਿਆਸੀ ਨੇ ਗਗਨ, ਉਹਨਾਂ ਨੂੰ ਜਦੋਂ ਸਿਆਸਤ ਦੇ ਵਿੱਚ ਆਉਂਦੇ ਨੇ ਨਾ, ਚਲੋ ਇਹ ਦੇਖੋ, ਇਹ ਕਾਨੂੰਨੀ ਤੌਰ ਤੇ ਨਹੀਂ ਮੈਂ ਇਹਨੂੰ ਚੈਲੰਜ ਕਰਦਾ, ਕਾਨੂੰਨੀ ਤੌਰ ਤੇ ਨੌਕਰੀ ਲੱਗ ਸਕਦੀ ਹੋਣੀ ਸਰਕਾਰ ਨੇ ਤਾਂ ਹੀ ਲਾਈ ਨਾ। ਗੱਲ ਆ ਜਾਂਦੀ ਹੈ ਕਿ ਜ਼ਰੂਰਤ ਹੈ, ਜ਼ਰੂਰਤ ਤਾਂ ਫਿਰ ਇਹ ਹੈ ਵੀ ਇਹੋ ਜਿਹੇ ਕਾਨੂੰਨ ਬਦਲੇ ਜਾਣੇ ਵੀ ਜ਼ਰੂਰਤ ਹੈ। ਕਿਉਂ ਗਗਨ?
ਸੋ ਬਿਲਕੁਲ ਇਹ ਜ਼ਰੂਰ ਹੈ ਕਿ ਜਿਹੜੇ ਜ਼ਰੂਰਤਮੰਦ ਸੀ ਉਹਨਾਂ ਨੂੰ ਵੀ ਜਿਹੜਾ ਧਿਆਨ ਦਿੱਤਾ ਜਾਣਾ ਚਾਹੀਦਾ ਸੀ, ਜੋ ਲਗਾਤਾਰ ਸਿੱਖਿਆ ਵਿਭਾਗ ਦੀਆਂ ਬਿਲਡਿੰਗਾਂ ਦੇ ਆਲੇ ਦੁਆਲੇ 6-6 ਤੇ ਤਨਖਾਹ। ਚਲੋ ਅੱਜ ਕਹਿੰਦੇ ਕੱਲ ਕੈਪਟਨ ਅਮਰਿੰਦਰ ਨੇ ਇੱਕ ਹੋਰ ਫੈਸਲਾ ਕਰਤਾ, 6ਵਾਂ ਤਨਖਾਹ ਕਮਿਸ਼ਨ ਹੈ ਉਹਦੀਆਂ ਸਿਫਾਰਿਸ਼ਾਂ ਕਹਿੰਦੇ ਲਾਗੂ ਕਰ ਦੇਣੀਆਂ ਸੀ, ਮਨਜ਼ੂਰੀ ਦਿੱਤੀ। ਹਜੇ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਇਹ ਜਿੱਦਣ ਲਾਗੂ ਹੋਣਗੀਆਂ ਗੱਲ ਤਾਂ ਉਦਣ ਕਰਾਂਗੇ। ਕਹਿ ਤਾਂ ਇਹ ਵੀ ਦਿੱਤਾ ਸੀ ਸਰਕਾਰ ਨੇ ਵੀ ਸਾਰੀ ਕਿਸਾਨੀ ਦਾ ਕਰਜ਼ਾ ਮਾਫ ਕਰਾਂਗੇ, ਵੀ ਕਿਸ਼ਤਾਂ ਨਾ ਮੋੜਿਓ। ਹੁਣ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਹੈ ਤੇ ਕਹਿੰਦੇ ਇਹਦੇ ਨਾਲ ਘੱਟੋ ਘੱਟ ਤਨਖਾਹ ਹੈ ਜਿਹੜੀ 6,950 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਕੇ 18,000 ਹੋ ਜੂ। ਮਨਪ੍ਰੀਤ ਬਾਦਲ ਨੇ ਕਈ ਗੱਲਾਂ ਕੀਤੀਆਂ ਇਹਦੇ ਤੇ, 2-4 ਸੁਣਾ ਵੀ ਦਈਓ ਗਗਨ। ਸੋ ਜਿਹੜੇ ਮੁਲਾਜ਼ਮ ਸਾਡੇ 6,000 ਰੁਪਏ 'ਚ ਤਨਖਾਹ ਲੈਂਦੇ ਸੀ ਉਹ ਵੀ ਵੱਧ ਜੂ, ਪਰ ਉਹ ਕੱਚੇ ਸੀ, ਇਹਨਾਂ ਨੇ ਕੱਚਿਆਂ ਦੀ ਗੱਲ ਕੀਤੀ। ਚਲੋ ਕੱਚਿਆਂ ਦੀ ਵੀ ਕਰਨਗੇ। ਹੁਣ ਮੀਟਿੰਗਾਂ ਚੱਲ ਰਹੀਆਂ ਨੇ, ਉੱਧਰ ਕਹਿੰਦੇ ਵਿਜੇਂਦਰ ਸਿੰਗਲਾ ਦੀ ਗੱਡੀ ਘੇਰ ਲਈ ਸੀ ਮੁਲਾਜ਼ਮਾਂ ਨੇ, ਅਧਿਆਪਕਾਂ ਨੇ ਸੰਗਰੂਰ 'ਚ। ਬਾਅਦ ਦੇ ਵਿੱਚ ਫਿਰ ਪੁਲਿਸ ਨੂੰ ਸਖਤ ਪਹਿਰਾ ਦੇ ਕੇ ਤਾਂ ਵਿਜੇਂਦਰ ਸਿੰਗਲਾ ਨੇ ਜਿਹੜੇ ਸਿੱਖਿਆ ਮੰਤਰੀ ਨੇ ਉਹ ਜਾ ਸਕੇ ਨੇ। ਸੋ ਮਨਪ੍ਰੀਤ ਬਾਦਲ ਦੀ ਗੱਲ ਵੀ ਸੁਣਾ ਦਿਓ ਥੋੜ੍ਹੀ ਜਿਹੀ। ਪੰਜਾਬ ਕੈਬਨਿਟ ਦੀ ਅੱਜ ਬੈਠਕ ਜਿਹੜੀ ਹੈ ਉਹ ਮੁਨੱਕਦ ਕੀਤੀ ਗਈ। ਉਹਦੇ 'ਚ ਏਜੰਡਾ ਤੇ ਮੈਮੋਰੈਂਡਮ ਤਾਂ ਕਾਫੀ ਸੀਗੇ, ਪਰ ਪੰਜਾਬ ਦੇ ਮੁਲਾਜ਼ਮਾਂ ਦੇ ਇਤਬਾਰ ਨਾਲ ਸਭ ਤੋਂ ਜਿਹੜਾ ਅਹਿਮ ਏਜੰਡਾ ਸੀ ਉਹ ਪੰਜਾਬ ਦੀ ਜਿਹੜੀ ਤਨਖਾਹ ਕਮਿਸ਼ਨ ਹੈ, 6ਵੀਂ ਤਨਖਾਹ ਕਮਿਸ਼ਨ, ਉਹਦੀਆਂ ਜਿਹੜੀਆਂ ਸਿਫਾਰਸ਼ਾਤ ਹੈ ਉਹ ਕੈਬਨਿਟ ਨੇ ਮਨਜ਼ੂਰ ਕਰ ਲਈਆਂ। ਔਰ ਤੁਹਾਡੇ ਸੁਣਨ ਵਾਲਿਆਂ ਨੂੰ ਜਿਨ੍ਹਾਂ ਨੂੰ ਸ਼ਾਇਦ ਇਹਦੇ 'ਚ ਦਿਲਚਸਪੀ ਘੱਟ ਹੋਵੇ ਕਿ ਜਿਹੜੀ ਤਨਖਾਹ ਕਮਿਸ਼ਨ ਹੈ ਇੱਕ ਸਾਲਸ ਹੁੰਦਾ ਹੈ ਸਰਕਾਰ ਤੇ ਮੁਲਾਜ਼ਮਾਂ ਦੇ ਦਰਮਿਆਨ, ਔਰ ਇਹ 10 ਸਾਲ ਮੁਲਾਜ਼ਮਾਂ ਨੂੰ ਕੀ ਤਨਖਾਹ ਮਿਲਣੀ ਹੈ, ਕੀ ਉਹਨਾਂ ਨੂੰ ਭੱਤੇ ਮਿਲਣੇ ਹੈ, ਔਰ ਜਿਹੜੇ ਪੈਨਸ਼ਨਰਸ ਹੁੰਦੇ ਆ ਸਰਕਾਰ ਦੇ ਉਹਨਾਂ ਨੂੰ ਪੈਨਸ਼ਨ ਕਿੰਨੀ ਮਿਲਣੀ ਹੈ। ਤੇ ਜੇ ਇਹ ਸਾਰੀ ਜਿਹੜੀ ਹੈ ਇਸ ਤਨਖਾਹ ਕਮਿਸ਼ਨ ਨੇ ਫੈਸਲਾ ਕਰਨਾ ਹੁੰਦਾ। ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਦੱਸਦਾ ਚੱਲਾਂ ਕਿ ਤਕਰੀਬਨ ਕਮੋ ਪੇਸ਼ ਪੰਜਾਬ ਦੇ ਵਿੱਚ 2,84,000 ਸਰਕਾਰੀ ਮੁਲਾਜ਼ਮ ਹੈ ਤੇ 3,07,000 ਪੈਨਸ਼ਨਰਸ ਨੇ। ਤਾਂ ਇਹ ਥੋੜਾ ਮੈਂ ਗੌਰ ਦਿਵਾਉਣਾ ਚਾਹਾਂਗਾ ਕਿ ਮੁਲਾਜ਼ਮਾਂ ਨਾਲੋਂ ਪੈਨਸ਼ਨਰਸ ਦੀ ਜਿਹੜੀ ਗਿਣਤੀ ਹੈ ਇਹ ਜ਼ਿਆਦਾ ਹੈ। ਔਰ ਜਿਹੜੀਆਂ ਸਿਫਾਰਸ਼ਾਤ ਸੀਗੀਆਂ ਪੇ ਕਮਿਸ਼ਨ ਦੀਆਂ ਉਹ ਪੰਜਾਬ ਸਰਕਾਰ ਨੇ 1 ਜਨਵਰੀ 2016 ਤੋਂ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਡੇਟ ਆਫ ਇੰਪਲੀਮੈਂਟੇਸ਼ਨ ਹੈ ਇਹ 2016 1 ਜਨਵਰੀ ਤੋਂ ਇਹ ਮੰਨ ਲਈਆਂ ਗਈਆਂ ਔਰ ਇਹ 1 ਜੁਲਾਈ 2021 ਤੋਂ ਇਹ ਲਾਗੂ ਹੋ ਜਾਣਗੀਆਂ। ਬਿਲਕੁਲ। ਸੋ 6ਵਾਂ ਪੇ ਕਮਿਸ਼ਨ ਵੀ ਜਿਹੜਾ ਲਾਗੂ ਕਰਨ ਦੀ ਮਨਜ਼ੂਰੀ ਮਿਲੀ ਹੈ। ਹਾਲਾਂਕਿ 1 ਜੁਲਾਈ ਤੋਂ ਇਹਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਜਿਹੜਾ ਸਮਾਂ ਦਿੱਤਾ ਗਿਆ ਕਿ 1 ਜੁਲਾਈ ਤੋਂ ਜਿਹੜੀ ਕਿਸ਼ਤਾਂ ਦੇ ਜ਼ਰੀਏ ਜੋ ਵੀ ਬਣਦੀ ਰਾਸ਼ੀ ਹੈ 2016 1 ਜਨਵਰੀ 2016 ਤੋਂ ਲੈ ਕੇ ਹੁਣ ਤੱਕ ਦੀ ਜੋ ਰਾਸ਼ੀ ਬਣਦੀ ਆ ਉਹ ਸਾਰਿਆਂ ਨੂੰ ਦਿੱਤੀ ਜਾਣੀ ਸ਼ੁਰੂ ਹੋ ਜਾਏਗੀ। 2 ਕਿਸ਼ਤਾਂ ਦੇ ਵਿੱਚ ਜਿਹੜਾ ਇਹ ਸਾਰਾ ਦਿੱਤਾ ਜਾਏਗਾ। ਪਰ ਡੱਲਾ ਸਾਹਿਬ ਉੱਧਰ ਦੂਜੇ ਪਾਸੇ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ, ਇਹਨਾਂ ਨਿਯੁਕਤੀਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੋਣ, ਹਰਸਿਮਰਤ ਕੌਰ ਬਾਦਲ ਹੋਣ, ਇਹਨਾਂ ਦੇ ਵੱਲੋਂ ਟਵੀਟ ਕੀਤੇ ਗਏ ਨੇ। ਇਹ ਕਹਿੰਦੇ ਜਦੋਂ 2022 ਚ ਅਕਾਲੀ ਦਲ ਦੀ ਸਰਕਾਰ ਬਣਦੀ ਆ ਇਹ ਨਿਯੁਕਤੀਆਂ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਰੱਦ ਕਰ ਦਾਂਗੇ। ਕਹਿੰਦੇ ਇਹਨਾਂ ਨੂੰ ਉੱਥੋਂ ਉਸੇ ਟਾਈਮ ਜਿਹੜਾ ਨੌਕਰੀ ਤੋਂ ਪਰੇ ਕਰ ਦਾਂਗੇ। ਕੀ ਲੱਗਦਾ ਹੈ? ਕੋਈ ਭਰੋਸਾ ਨਹੀਂ। ਜੇ ਸੁਖਬੀਰ ਬਾਦਲ ਦੀ ਪਹਿਲਾਂ ਤਾਂ ਪਤਾ ਹੀ ਨਹੀਂ ਸਰਕਾਰ ਕਦੋਂ ਆਉਣੀ ਹੈ, ਕਿਹਦੀ ਆਉਣੀ ਹੈ ਅਗਲੀ। ਜੇ ਸੁਖਬੀਰ ਬਾਦਲ ਉਹਨਾਂ ਦੀ ਸਰਕਾਰ ਆ ਵੀ ਗਈ ਕੋਈ ਗਰੰਟੀ ਨਹੀਂ ਵੀ ਇਹਨਾਂ ਨੂੰ ਨੌਕਰੀਆਂ ਤੋਂ ਲਾ ਦੇਣਗੇ। ਆ ਹੁਣ ਕਾਂਗਰਸੀ ਕੀ ਕਹਿੰਦੇ ਸੀ ਵੀ ਸੁਖਬੀਰਾਂ ਦੇ ਕੀਤੇ ਬਿਜਲੀ ਸਮਝੌਤੇ ਅਸੀਂ ਰੱਦ ਕਰ ਦਿਆਂਗੇ। ਇਹ ਕਹਿੰਦੇ ਸੀ ਅਸੀਂ ਚਿੱਟਾ ਪੇਪਰ ਪੇਸ਼ ਕਰਾਂਗੇ। ਮਨਪ੍ਰੀਤ ਬਾਦਲ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਇਹ ਵੀ ਕਹਿੰਦੇ ਸੀ ਵੀ ਸਾਡੀ ਸਰਕਾਰ ਆ ਜੇ ਅਸੀਂ ਵਾਈਟ ਪੇਪਰ ਪੇਸ਼ ਕਰਾਂਗੇ, ਅਸੀਂ ਬਿਜਲੀ ਦੇ ਸਮਝੌਤੇ ਅਕਾਲੀ ਦਲ ਦੇ ਰੱਦ ਕਰ ਦਿਆਂਗੇ। ਸਰਕਾਰ ਆਈ ਨੂੰ 4.5 ਸਾਲ ਹੋ ਗਏ, ਜਾਣ ਵਾਲੀ ਹੋ ਗਈ, ਸਮਝੌਤੇ ਰੱਦ ਹੋਏ। ਜਿਹੜੀ ਗੱਲ ਅੱਜ ਸੁਖਬੀਰ ਬਾਦਲ ਕਹਿ ਰਿਹਾ ਕਿਉਂਕਿ ਸੁਖਬੀਰ ਬਾਦਲ ਅੱਜ ਵਿਰੋਧੀ ਧਿਰ 'ਚ ਹੈ। ਜਦੋਂ ਸੁਖਬੀਰ ਬਾਦਲ ਸੱਤਾ 'ਚ ਸੀ ਨਾ ਗਗਨ, ਅਕਾਲੀ ਦਲ ਸੱਤਾ 'ਚ ਸੀ, ਉਦੋਂ ਯਾਦ ਹੈ ਇੱਕ ਅਧਿਆਪਕ ਦੇ ਸਰਪੰਚ ਨੇ ਕਿੱਡਾ ਤਸ਼ੱਦਦ ਕੀਤਾ ਸੀ। ਸੋ ਇਸ ਕਰਕੇ ਕਹਾਵਤਾਂ ਬਹੁਤ ਨੇ ਪੰਜਾਬੀ 'ਚ। ਹੁਣ ਮੈਂ ਕਹਾਵਤਾਂ ਆਪਾਂ ਨੂੰ ਪਤਾ ਹੀ ਹੁੰਦੀਆਂ ਨੇ, ਪੰਜਾਬੀ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ, ਬਸ ਇੰਨਾ ਹੀ ਕਹਿ ਦਈਏ ਵੀ ਇੱਥੇ ਕਹਾਵਤ ਲਾਗੂ ਹੁੰਦੀ ਹੈ, ਇੱਥੇ ਕਹਾਵਤ ਲਾਗੂ ਹੁੰਦੀ ਹੈ। ਹੁਣ ਸਰਕਾਰ ਭਾਵੇਂ ਸੁਖਬੀਰ ਦੀ ਆ ਜਾਏ, ਮੈਨੂੰ ਨਹੀਂ ਭਰੋਸਾ ਵੀ ਇਹਨਾਂ ਨੂੰ ਬਰਖਾਸਤ ਕਰ ਦੂ ਸੁਖਬੀਰ ਆ ਕੇ। ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਉਹਨਾਂ ਨੇ ਅਦਾਲਤਾਂ 'ਚ ਚਲੇ ਜਾਣਾ ਵੀ ਸਾਡਾ ਤਾਂ ਕਾਨੂੰਨੀ ਹੱਕ ਸੀ ਜੀ, ਸਾਡੇ ਤਾਂ ਬਜ਼ੁਰਗ ਸ਼ਹੀਦ ਹੋਏ ਸੀ, ਸਾਨੂੰ ਤਾਂ ਸ਼ਹੀਦੀ ਕੋਟੇ 'ਚ ਮਿਲੀ ਜਾਂ ਤਰਸ ਦੇ ਆਧਾਰ 'ਤੇ ਨੌਕਰੀ ਮਿਲੀ। ਨਾਲੇ ਸਰਕਾਰ ਦੀ ਦਿੱਤੀ ਨੌਕਰੀ ਛੇਤੀ ਕੋਈ ਬਰਖਾਸਤ ਹੁੰਦਾ ਗਗਨ? ਇਹ ਆਮ ਜਿਹੜੇ ਸਧਾਰਨ ਲੋਕ ਨੇ ਨਾ, ਜਿਵੇਂ ਆਪਣਾ ਇੱਕ ਡੀਐਸਪੀ ਸੀ, ਬੜਾ ਚੰਗਾ ਡੀਐਸਪੀ ਸੀ ਗੁਰਬੰਸ ਸਿੰਘ ਬੈਂਸ,
ਗੁਰਬੰਸ ਸਿੰਘ ਬੈਂਸ ਡੀਐਸਪੀ ਸੀ, ਮੈਂ ਦੇਖਿਆ ਉਹ ਬਹੁਤ ਕਾਬਲ ਡੀਐਸਪੀ ਸੀ। ਮੈਂ ਹੁਣ ਮੈਨੂੰ ਪਤਾ ਨਹੀਂ ਉਹ ਅੱਜ ਕੱਲ੍ਹ ਕਿੱਥੇ ਤੈਨਾਤ ਨੇ ਜਾਂ ਕਿਹੜੀ ਜਗ੍ਹਾ ਨੇ। ਇਹ ਗੱਲ ਮੈਂ 6-7 ਸਾਲ ਪੁਰਾਣੀ ਲੈ ਕੇ ਚੱਲਦਾ, ਉਦੋਂ ਅਕਾਲੀ ਦਲ ਦਾ ਰਾਜ ਸੀ। ਇੱਕ ਵਾਰ ਮੋਹਾਲੀ ਕਿਸੇ ਮਾਮਲੇ 'ਚ ਗੁਰਬੰਸ ਸਿੰਘ ਬੈਂਸ ਉਹਨਾਂ ਦੀ ਗ੍ਰਿਫਤਾਰੀ ਹੋ ਗਈ, ਕੁਝ ਦਿਨ ਬਾਅਦ ਪਤਾ ਲੱਗਿਆ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਤਾ। ਸੋ ਜਿਹੜੇ ਆਮ ਲੋਕ ਨੇ ਨਾ ਗਗਨ, ਆਮ ਅਫਸਰ ਨੇ, ਬਾਅਦ ਦੇ ਵਿੱਚ ਮੈਨੂੰ ਇਹ ਵੀ ਪਤਾ ਲੱਗਿਆ ਸੀ ਵੀ ਉਹ ਅਦਾਲਤ 'ਚ ਗਏ, ਫਿਰ ਅਦਾਲਤ ਨੇ ਉਹਨਾਂ ਨੂੰ ਬਹਾਲ ਕੀਤਾ। ਜਿਹੜੇ ਆਮ ਅਫਸਰ ਨੇ ਨਾ ਗਗਨ, ਸਰਕਾਰਾਂ ਉਹਨਾਂ ਨੂੰ ਮਿੰਟ ਲਾਉਂਦੀਆਂ ਨੇ ਡਿਸਮਿਸ ਕਰਨ ਨੂੰ। ਆਪਾਂ ਕਈ ਵਾਰੀ ਦੇਖਦੇ ਹਾਂ, ਕਈ ਵਾਰੀ ਜਿਹੜੀ ਗਲਤੀ ਹੈ ਉਹ ਡਿਸਮਿਸ ਕਰਨ ਵਾਲੀ ਗਲਤੀ ਨਹੀਂ ਹੁੰਦੀ, ਉਹ ਅਨੁਸ਼ਾਸਨੀ ਗਲਤੀ ਹੁੰਦੀ ਹੈ, ਲੇਕਿਨ ਉਹ ਡਿਸਮਿਸ ਕਰ ਦਿੱਤਾ ਜਾਂਦਾ ਹੈ ਤਾਂ ਕਿ ਸਰਕਾਰ ਇਹ ਕਵੇ ਵੀ ਦੇਖੋ ਅਸੀਂ ਅਫਸਰਾਂ ਦੇ ਪ੍ਰਤੀ ਕਿੱਡੇ ਸਖਤ ਫੈਸਲੇ ਲੈਂਦੇ ਹਾਂ। ਪਰ ਜਿੱਥੇ ਇਹਨਾਂ ਦਾ ਕੋਈ ਆਪਣਾ ਨੇੜੇ ਤੇੜੇ ਦਾ ਅਫਸਰ ਹੋਵੇ ਉੱਥੇ ਨਹੀਂ ਡਿਸਪੈਂਸ ਕਰਦੇ, ਉੱਥੇ ਸਸਪੈਂਡ ਨਹੀਂ ਹੁੰਦਾ ਜੀ, ਡਿਸਮਿਸ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਇਹ ਕੰਮ ਕਰਨ ਦਾ ਤਰੀਕਾ ਹੈ ਸਰਕਾਰਾਂ ਦਾ, ਕੋਈ ਵੀ ਹੋਵੇ, ਜੋ ਆਪਾਂ ਦੇਖ ਰਹੇ ਹਾਂ। ਇਹ ਤਾਂ ਉਦਾਹਰਨਾਂ ਪਈਆਂ ਨੇ, ਗੂਗਲ ਤੇ ਪਈਆਂ ਉਦਾਹਰਨਾਂ। ਅੱਜ ਕੱਲ੍ਹ ਗੂਗਲ ਤੇ ਸਾਰਾ ਕੁਝ ਮਿਲ ਜਾਂਦਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਘੱਟ ਨੌਕਰੀ ਦੇਣ ਦਾ ਵਾਅਦਾ ਤਾਂ ਪੂਰਾ ਨਹੀਂ ਕੀਤਾ, ਪਰ ਇੱਕ ਗੱਲ ਦਾ ਮੈਨੂੰ ਅਫਸੋਸ ਹੈ ਕਿ ਆਪਣੀ ਕੁਰਸੀ ਬਚਾਉਣ ਵਾਸਤੇ ਅੱਜ 2 MLA ਸਾਹਿਬਾਨ ਨੂੰ ਕੈਬਨਿਟ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ MLA ਦੇ ਬੇਟੇ ਨੂੰ ਇੰਸਪੈਕਟਰ ਦੀ ਔਰ ਇੱਕ MLA ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ। ਔਰ ਦੋਨਾਂ ਦਾ ਆਧਾਰ 1987 ਦੇ ਵਿੱਚ ਹੋਈਆਂ ਘਟਨਾਵਾਂ ਨੂੰ ਬਣਾਇਆ ਗਿਆ। ਉਸ ਵੇਲੇ ਸ਼ਾਇਦ ਇਹ ਬੱਚੇ ਪੈਦਾ ਵੀ ਨਹੀਂ ਸੀ ਹੋਵੇ, ਦੋਨੇ ਬੱਚੇ। ਔਰ ਵਿੱਚ ਆਰਡਰਾਂ ਤੇ ਲਿਖਿਆ ਗਿਆ ਹੈ ਕਿ ਇਹ ਵਨ ਟਾਈਮ ਜਿਹੜੀ ਹੈ ਇਹ ਫੈਸਲਾ ਕੀਤਾ ਗਿਆ, ਸਾਰੇ ਰੂਲਸ ਰਿਲੈਕਸ ਕੀਤੇ ਗਏ। ਔਰ ਇਹ ਵੀ ਲਿਖਿਆ ਗਿਆ ਕਿ ਅੱਗੇ ਤੋਂ ਇਹ ਪ੍ਰੈਸੀਡੈਂਟ ਨਹੀਂ ਬਣੇਗੀ, ਕਿਉਂਕਿ ਇਹ ਨਿਯੁਕਤੀਆਂ ਨਿਯਮਾਂ ਦੇ ਵਿੱਚ ਆਉਂਦੀਆਂ ਹੀ ਨਹੀਂ। ਇਹ ਮੈਂ ਸਮਝਦਾ ਪੰਜਾਬ ਦੀ ਬੇਰੁਜ਼ਗਾਰ ਜਨਤਾ ਦੇ ਨਾਲ ਬਹੁਤ ਵੱਡਾ ਕੁਝਾ ਮਜ਼ਾਕ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਇੰਸਪੈਕਟਰਾਂ ਦੀਆਂ ਤੇ ਤਹਿਸੀਲਦਾਰ ਦੀਆਂ ਨੌਕਰੀਆਂ ਦੇ ਰਹੇ ਹੋ ਤੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਘਰ ਧੱਕੇ ਖਾ ਰਹੇ। ਸੋ ਡੱਲਾ ਸਾਹਿਬ, ਗੱਲ ਜਿਹੜੀ ਮੈਂ ਇੱਕ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ ਦੇ ਵੱਲ ਲੈ ਕੇ ਆਉਂਗਾ। ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰ੍ਹਾਂ ਦੀ ਗੱਲ ਕੀਤੀ ਆ, ਉਹਨਾਂ ਕਹਿੰਦੇ ਕਿ ਮੈਂ 45 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ, 15 ਦਿਨ ਹੋ ਗਏ, 30 ਦਿਨ ਬਾਕੀ ਪਏ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਇੱਕ ਤਾਂ ਜਿਹੜੀ STF ਬਣਾਈ ਗਈ ਸੀ ਨਸ਼ਿਆਂ ਦੇ ਉੱਤੇ, ਉਹਨੇ 2 ਲਿਫਾਫੇ ਦਿੱਤੇ ਸੀ, ਜਿਹੜੇ 2 ਲਿਫਾਫੇ ਹਜੇ ਵੀ ਕੋਰਟ ਦੇ ਵਿੱਚ ਪੇਸ਼ ਹੋਣ ਨੂੰ ਪਏ ਨੇ। ਤੁਸੀਂ ਐਡਵੋਕੇਟ ਜਨਰਲ ਹੁਕਮ ਕਰਕੇ ਉਹ ਲਿਫਾਫੇ ਖਿਲਾਓ, ਉਹਦੇ 'ਚ ਬਹੁਤ ਸਾਰੇ ਸਿਆਸਤਦਾਨਾਂ ਦੇ ਨਾਮ ਨੇ, ਉਹਦੇ 'ਚ ਬਹੁਤ ਸਾਰੇ ਅਫਸਰਾਂ ਦੇ ਨਾਮ ਹੋ ਸਕਦੇ ਨੇ, ਤੇ ਬਹੁਤ ਸਾਰੇ ਚਿੱਟ ਕਪੜੀ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਚਿੱਟਾ ਲਿਆਂਦਾ ਉਹਨਾਂ ਦੇ ਨਾਮ ਨੇ, ਤੇ ਉਹ ਅਜਿਹਿਆਂ ਦੇ ਉੱਤੇ ਕਾਰਵਾਈ ਕਰਨ ਦੇ ਲਈ 30 ਦਿਨਾਂ ਦਾ ਸਮਾਂ ਹੋਰ ਆ ਜਿਹੜਾ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ। ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਜੋ ਪ੍ਰਤਾਪ ਸਿੰਘ ਬਾਜਵਾ ਖੁੱਲ੍ਹ ਕੇ ਬੋਲ ਕੇ ਗਏ ਨੇ? ਨਹੀਂ, ਪ੍ਰਤਾਪ ਸਿੰਘ ਬਾਜਵਾ ਬੋਲੇ ਤਾਂ ਹੈਗੇ ਨੇ, ਪਰ ਸਵਾਲ ਇਹ ਹੈ ਕਿ ਸਰਕਾਰ ਇਹਦੇ ਤੇ ਕੁਝ ਕਰੂਗੀ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੀ ਇਹਦੇ ਤੇ ਕੁਝ ਕਰੂਗੀ? ਮੈਂ ਬਾਰ-ਬਾਰ ਕਹਿੰਦਾ ਹੁੰਦਾ, ਜੇ ਕਿਸੇ ਗਰੀਬ ਦੇ ਪੁੱਤ ਦੀ ਜਾਂਚ ਹੁੰਦੀ ਨਾ ਗਗਨ, ਤੇ 2 ਘੰਟਿਆਂ 'ਚ ਹੋ ਜਾਂਦੀ, ਕਿਉਂਕਿ ਇੱਥੇ ਵੱਡੇ ਲੀਡਰਾਂ ਦੀ ਜਾਂਚ ਸੀ, ਕਈ ਸਾਡੇ ਕਾਬਲ ਅਫਸਰਾਂ ਨੇ। ਦੇਖੋ ਹੁਣ ਸਾਡੇ ਅਫਸਰਾਂ ਦੀ ਮਿਹਨਤ ਵੀ ਮਿੱਟੀ ਹੋਈ ਪਈ ਹੈ, ਕਿੱਡੇ ਵੱਡੇ ਕਹਿੰਦੇ ADGP ਪੱਧਰ ਦੇ ਅਫਸਰਾਂ ਨੇ ਕਈ ਜਾਂਚਾਂ ਕੀਤੀਆਂ। ਇੱਕ ਜਾਂਚ ਤਾਂ ਕਹਿੰਦੇ ਸਿਧਾਰਥ ਚਟੋਪਾਧਿਆਏ ਆ, ਉਹ ਬੜੇ ਕਾਬਲ ਅਫਸਰ ਸੀ, ਉਹ ਮੇਰਾ ਖਿਆਲ ਹੁਣ ਸ਼ਾਇਦ ADGP ਪੱਧਰ ਤੇ ਹੋਣਗੇ। ਕਿਸੇ ਸਮੇਂ ਲੁਧਿਆਣੇ 'ਚ SSP ਹੁੰਦੇ ਸੀ ਸਿਧਾਰਥ ਚਟੋਪਾਧਿਆਏ, ਮੈਂ ਮਿਲਿਆ ਨਹੀਂ ਕਦੀ ਗਗਨ। ਹੁਣ ਉਹ ਵੀ ਐਡੇ ਕਾਬਲ ਅਫਸਰ, ਉਹਨਾਂ ਨੇ ਵੀ ਐਡੀ ਵੱਡੀ ਜਾਂਚ ਕੀਤੀ, ਪਰ ਉਹਦੇ ਨਤੀਜੇ ਕੀ ਨਿਕਲੇ? ਸੋ ਨਤੀਜੇ ਕੀ ਨਿਕਲੇ ਕਿ ਸਰਕਾਰਾਂ ਆਪਣੀ ਸਹੂਲਤ ਤੇ ਮਰਜ਼ੀ ਵਾਲੇ ਕੰਮ ਕਰਦੀਆਂ ਨੇ। ਇਹ ਸਾਨੂੰ ਇਹਦਾ ਸਰਲ ਅਰਥ ਕੱਢਣਾ ਚਾਹੀਦਾ। ਆਪਾਂ ਛੋਟੇ ਹੁੰਦੇ ਕੱਢਦੇ ਹੁੰਦੇ ਸੀ ਨਾ ਸਰਲ ਅਰਥ, ਅਧਿਆਪਕ ਕਢਾਉਂਦੇ ਹੁੰਦੇ ਸੀਗੇ, ਭਾਵ ਅੰਗਰੇਜ਼ੀ 'ਚ ਮੋਰਲ ਆਫ ਦਾ ਸਟੋਰੀ। ਥਰਸਟੀ ਕਰੋ ਦੀ ਬੜੀ ਔਖੀ ਸੀ ਕੱਢਣੇ ਮੋਰਲ ਆਫ ਦਾ ਸਟੋਰੀ, ਰੱਟੇ ਹੀ ਲਾਉਂਦੇ ਸੀ ਅਸੀਂ ਤਾਂ। ਪਰ ਸਰਕਾਰਾਂ ਤੁਸੀਂ ਦੇਖੋ ਐਡੀਆਂ ਜਾਂਚਾਂ ਹੋ ਜਾਂਦੀਆਂ ਨੇ, ਤੇ ਉਹ ਜਾਂਚਾਂ ਦੇ ਨਤੀਜਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਬਾਹਰ ਸਾਰਵਜਨਿਕ ਕਰਦੀਆਂ, ਜਾਂ ਸਰਕਾਰਾਂ ਡਰਦੀਆਂ ਹੋਣਗੀਆਂ ਕਾਰਵਾਈ ਕਰਨ ਤੋਂ, ਵੀ ਜੇ ਅਸੀਂ ਕਾਰਵਾਈ ਕਰਤੀ ਕੱਲ੍ਹ ਨੂੰ ਸਾਡੀ ਵਾਰੀ ਵੀ ਆ ਜਾਣੀ, ਸਾਡੇ ਤੇ ਨਾ ਹੋ ਜੇ। ਅਦਲੇ ਨੂੰ ਬਦਲੇ ਵਾਲੀ ਗੱਲ ਤੋਂ ਡਰਦੇ ਹੋਣਗੇ ਵੀ ਆਪਾਂ ਇਹੋ ਜਿਹੀ ਪਿਰਤੀ ਨਾ ਪਾਈਏ ਵੀ ਆਪਾਂ ਸਾਹਮਣੇ ਵਾਲੇ ਤੇ ਕਾਰਵਾਈ ਕਰੀਏ ਤਾਂ ਕਿ ਜੇ ਉਹਦੀ ਸਰਕਾਰ ਆ ਗਈ ਜੇ ਉਹ ਸਾਡੇ ਤੇ ਕਰੇ। ਇਹੀ ਕਾਰਨ ਹੋ ਸਕਦਾ ਗਗਨ, ਹੋਰ ਇਸ ਤੋਂ ਵੱਧ ਹੁਣ ਇਹਦੇ ਤੇ ਕਹੀਏ ਕੀ ਆਪਾਂ? ਵੀ ਜਾਂਚਾਂ ਹੋ ਗਈਆਂ, ਹੁਣ ਸਾਡੀ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਆਪ ਹੀ ਕੋਈ ਜ਼ੋਰ ਜੱਕਾ ਲਾਉਣਾ ਪੈਣਾ ਗਗਨ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਹਿਲਾਂ ਗੱਲ ਤੁਹਾਨੂੰ ਸੁਣਾ ਦਈਏ ਕਿ ਜਿਹੜੀ ਲਿਫਾਫਿਆਂ ਵਾਲੀ ਗੱਲ ਉਹਨਾਂ ਨੇ ਕੀਤੀ ਹੈ, ਉਹਨਾਂ ਦੀ ਜ਼ੁਬਾਨੀ ਸੁਣੋ। ਕਿ ਆਨਰੇਬਲ ਹਾਈ ਕੋਰਟ ਦੇ ਵਿੱਚ ਜਿਹੜੇ 2 ਲਿਫਾਫੇ ਪਏ ਨੇ, ਜਿਹਦੇ ਵਿੱਚ ਕੁਝ ਪੋਲੀਟੀਸ਼ੀਅਨਾਂ ਦੇ ਨਾਂ ਨੇ, ਕੁਝ ਪੁਲਿਸ ਅਫਸਰਾਂ ਦੇ ਨਾਂ ਨੇ, ਕੁਝ ਇੰਟਰਨੈਸ਼ਨਲ ਸਮਗਲਰਾਂ ਦੇ ਨਾਂ ਨੇ, ਕੁਝ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ
ਤਸਕਰੀ ਕਰਨ ਵਾਲੇ ਲੋਕਾਂ ਦੇ ਨਾਂ ਨੇ। ਉਹ ਲਿਫਾਫੇ ਜਿਹੜੇ ਨੇ ਐਡਵੋਕੇਟ ਜਨਰਲ ਨੂੰ ਆਦੇਸ਼ ਦਿੱਤੇ ਜਾਣ, ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਤਾਂ ਲਿਫਾਫੇ ਖੋਲੇ ਜਾਣ ਤੇ ਉਹਨਾਂ ਦੀ ਸਾਰਿਆਂ ਨੂੰ ਪਹਿਲੇ ਤੇ ਸਮੁੱਚੇ ਪੰਜਾਬ ਨੂੰ ਪਤਾ ਲੱਗੇ ਕਿ ਕੌਣ ਉਹ ਬੰਦੇ ਨੇ ਜਿਨ੍ਹਾਂ ਨੇ ਇੱਕ ਪੀੜ੍ਹੀ ਸਾਡੀ ਪੰਜਾਬ 'ਚ ਤਬਾਹ ਕਰ ਦਿੱਤੀ। ਇਹ ਦੋ ਚੀਜ਼ਾਂ ਸਾਡੀਆਂ ਮੁੱਖ ਮੰਗਾਂ ਨੇ, ਅੱਜ ਵੀ ਨੇ, ਕੱਲ੍ਹ ਵੀ ਸਨ ਤੇ ਹਮੇਸ਼ਾ ਹੀ ਰਹਿਣਗੀਆਂ ਕਿ ਜਲਦੀ ਤੋਂ ਜਲਦੀ ਇਹ ਕੰਮ ਕੀਤਾ। ਸੋ ਇਸ ਦਾ ਪ੍ਰੋਗਰਾਮ ਸੀ ਜਿਹੜਾ ਇਹ ਖਾਸ ਤੌਰ ਦੇ ਉੱਤੇ ਜਿਹੜੀਆਂ ਨੌਕਰੀਆਂ ਮਿਲੀਆਂ ਨੇ ਉਹਨਾਂ ਦੇ ਆਲੇ ਦੁਆਲੇ ਸੀ, ਕਿਉਂਕਿ ਪੰਜਾਬ ਦੇ ਪੁੱਤਾਂ ਦਾ ਪ੍ਰੋਗਰਾਮ ਸੀ। ਪੁੱਤਾਂ ਦਾ ਪ੍ਰੋਗਰਾਮ ਸੀ, ਬਿਲਕੁਲ। ਸੋ ਅੱਜ ਦਾ ਇਹ ਪੁੱਤਾਂ ਦਾ ਪ੍ਰੋਗਰਾਮ, ਹੁਣ ਇਸ ਦੇ ਵਿੱਚੋਂ ਇਜਾਜ਼ਤ ਲਵਾਂਗੇ। ਸਿਆਸੀ ਹਲਚਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਚੱਲ ਰਹੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਵੱਡਾ ਹੋ ਸਕਦਾ ਹੈ। ਆਉਣ ਵਾਲੇ 2-3 ਦਿਨ ਪੰਜਾਬ ਦੀ ਕਾਂਗਰਸ ਦੇ ਲਈ ਵੀ ਵੱਡੇ ਨੇ। ਕਿਸ ਤਰ੍ਹਾਂ ਵੱਡੇ ਨੇ, ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੇ। ਕਈ ਵੱਡੇ ਫੈਸਲੇ ਪੰਜਾਬ ਦੇ ਵਿੱਚੋਂ ਲੀਕ ਹੋਣ ਲੱਗੇ ਨੇ, ਕੀ ਕੁਝ ਪੰਜਾਬ ਦੇ ਵਿੱਚ ਹੋਣ ਜਾ ਰਿਹਾ, ਅਗਲੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹਾਂ। ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਪਰ ਮੈਂ ਇੱਕ ਗੱਲ ਕਹਿਦਾ ਅਖੀਰ 'ਚ, ਸਾਰੀਆਂ ਧਿਰਾਂ ਦਾ ਪੱਖ ਉਹ ਸਵਾਗਤ ਹੈ। ਆ ਦੋਨੇ ਪੁੱਤ ਜਿਹੜੇ ਵਿਧਾਇਕਾਂ ਦੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ, ਉਹ ਆਪਣੀ ਕੋਈ ਗੱਲ ਕਹਿਣੀ ਚਾਹਣ, ਆਪਣਾ ਕੋਈ ਪੱਖ ਰੱਖਣਾ ਚਾਹਣ, ਕੋਈ ਜਸਟੀਫਾਈ ਕਰਨਾ ਚਾਹਣ ਕਿ ਇਸ ਕਰਕੇ ਅਸੀਂ ਨੌਕਰੀ ਆ ਜਿਹੜੀ ਸਾਨੂੰ ਦਿੱਤੀ ਗਈ ਹੈ, ਕੀ ਉਹਨਾਂ ਨੇ ਅਪਲਾਈ ਕੀਤਾ ਸੀ ਜਾਂ ਕੀ ਸਰਕਾਰ ਨੇ ਉਹਨਾਂ ਦੇ ਬਿਨਾਂ ਅਪਲਾਈ ਕੀਤੇ ਨੌਕਰੀ ਦਿੱਤੀ, ਇਹ ਵੀ ਨਹੀਂ ਹਜੇ ਪਤਾ। ਇਹ ਵੀ ਸਾਰਵਜਨਿਕ ਹੋ ਜਾਣਾ ਚਾਹੀਦਾ ਵੀ ਕੀ ਦੋਨੇ MLAਆਂ ਦੇ ਪੁੱਤਾਂ ਨੂੰ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਹੈ, ਸ਼ਹੀਦੀਆਂ ਹੋਈਆਂ ਸੀ ਇਹਨਾਂ ਦੇ ਦਾਦਿਆਂ ਦੀਆਂ, ਕੀ ਇਹਨਾਂ ਨੇ ਲਿਖ ਕੇ ਸਰਕਾਰ ਨੂੰ ਦਿੱਤਾ ਸੀ ਵੀ ਸਾਨੂੰ ਨੌਕਰੀ ਦਿੱਤੀ ਜਾਵੇ। ਅਗਰ ਕਿਸੇ ਵੀ ਤਰ੍ਹਾਂ ਦਾ ਉਹ ਆਪਣਾ ਪੱਖ ਰੱਖਣਾ ਚਾਹਣ, ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ। ਅਸੀਂ ਉਹਨਾਂ ਦੀ ਗੱਲ ਵੀ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ। ਸੋ ਜ਼ਰੂਰ ਸਾਡੇ ਨਾਲ ਸੰਪਰਕ ਕਰ ਲੈਣ। ਮੇਰਾ ਟੈਲੀਫੋਨ ਨੰਬਰ ਜ਼ਰੂਰ ਨਾਲ ਆਉਂਦਾ ਹੁੰਦਾ, ਸੋ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਕੈਪਟਨ ਅਮਰਿੰਦਰ ਸਿੰਘ ਜੀ ਦੀ ਤੇ ਮੇਰੀ ਮੀਟਿੰਗ ਦੱਸੀ ਗਈ ਹੈ ਕਿ ਮੇਰੇ ਉਹ ਘਰ ਆਏ ਨੇ। ਇਹ ਮੈਂ ਇਸ ਨੂੰ ਡਿਨਾਈ ਕਰਨਾ, ਦੇयर हैज़ बीन नो ਮੀਟਿੰਗ ਅਜੇ। ਨੰਬਰ 2, ਇਹ ਸਾਡੀ ਪਾਰਟੀ ਦੇ ਮੁੱਖ ਮੰਤਰੀ ਨੇ। ਕਿਸੇ ਟਾਈਮ ਉਹ ਆਉਣਾ ਚਾਹਣ, ਹੀ ਵੁੱਡ ਬੀ ਮੋਸਟ ਵੈਲਕਮ। ਇਹ ਉਹਨਾਂ ਦਾ ਆਪਣਾ ਘਰ ਹੈ। ਅਸੀਂ ਇੱਕੋ ਪਾਰਟੀ ਦੇ ਵਿੱਚ ਹਾਂ। ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮੇਰੀ ਕੋਈ ਪਰਸਨਲ ਵਿਰੋਧਤਾ ਹੈ ਨਹੀਂ। ਸਾਡੀ ਜਿਹੜੀ 4.5 ਸਾਲ ਅਜੇ ਤੱਕ ਵਿਰੋਧਤਾ ਚੱਲੀ, ਉਹ ਡਿਫਰੈਂਸ ਆਫ ਓਪੀਨੀਅਨ ਹੈ। ਕੁਝ ਗਵਰਨਮੈਂਟ ਦੀ ਫੰਕਸ਼ਨਿੰਗ ਤੇ ਹੈ, ਕੁਝ ਚੀਜ਼ਾਂ ਜਿਹਨੂੰ ਮੈਂ ਤੇ ਬਹੁਤ ਸਾਰੇ ਸਾਡੇ ਕਾਂਗਰਸਮੈਨ ਸਟਰੋਂਗਲੀ ਫੀਲ ਕਰਨੇ। ਮੈਂ ਇਹ ਫੇਰ ਦੁਹਰਾਉਣਾ ਚਾਹੁੰਦਾ, ਨਿਰਾ ਮੈਂ ਹੀ ਨਹੀਂ, ਸਾਡੇ ਮੈਂਬਰਸ ਆਫ ਪਾਰਲੀਮੈਂਟ, ਉਹਨਾਂ ਦੀ ਕਬੀਨਾ ਦੇ ਮਿਨਿਸਟਰਸ, ਬਹੁਤ ਸਾਰੇ ਸਾਡੇ ਪ੍ਰੈਜ਼ੈਂਟ ਸਿਟਿੰਗ MLAs ਤੇ ਸਾਡਾ ਜਿਹੜਾ ਵਾਸਟ ਕਾਂਗਰਸ ਦਾ ਕਾਡਰ ਹੈ, ਪਿੰਡੋਂ ਪਿੰਡ ਬੈਠਾ, ਸ਼ਹਿਰੋਂ ਸ਼ਹਿਰ, ਕਸਬਿਆਂ 'ਚ ਬੈਠਾ, ਉਹ ਇਹ ਮਹਿਸੂਸ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੇ ਵਾਅਦੇ ਕੀਤੇ ਨੇ, ਸਪੈਸ਼ਲੀ ਉਹ ਵਾਅਦੇ ਜਿਹੜੇ ਗੁਰੂਆਂ ਨਾਲ ਹੋਏ ਵਾਅਦੇ, ਉਹਨਾਂ ਨੂੰ ਅਸੀਂ ਜਲਦੀ ਦੇ ਵਿੱਚ पूरा करें। देखो, एक मैं आपके सारे चैनल्स के लिए क्लियर बात कर देना चाहता हूँ। जब सर नवजोत सिंह सिद्धू कांग्रेस में आ रहे थे तो बहुत सारी सीनियर लीडरशिप जो है पंजाब की, वो रुकावट भी डाल रही थी और चाहती थी वो ना आए। उस टाइम भी साहब प्रगट सिंह जो हमारे MLA हैं, हमारे साथी हैं, वो इस बात के गवाह हैं कि मैंने तब भी इंटरवीन किया और मैंने तब इनकी सिफारिश की थी कि ये एक सेट रहेंगे पार्टी के लिए, आप ज़रूर। और मैं मशकूर हूँ, पार्टी हाईकमांड ने मेरा भी मशवरा माना और सर नवजोत सिंह सिद्धू को पार्टी में शामिल किया। वो मेरे भाइयों की तरह अच्छे बुलारे हैं, अच्छी एक छवि रखते हैं। मैं 100% चाहूँगा और पार्टी हाईकमांड भी चाहेगी और कांग्रेस के वर्कर भी चाहते हैं, उनको एक अहम रोल ज़रूर पंजाब में दिया। मगर इसके साथ साथ मैं एक और क्लैरिटी भी करना चाहता हूँ कि देखिए, एक बात सभी को समझ लेनी चाहिए कि टॉप पोजीशंस पर पहुँचने के लिए कुछ वक्त भी चाहिए। आप पार्टी में आए हो, कुछ टाइम दीजिए और जो भी रोल पार्टी देती, आप उस पार्टी को माथे पर समझो, सर माथे पे लेकर उसको निभाएं, सारे इकट्ठे होकर चलें। ये तो आप देखिए कि मैं समझता हूँ कि पार्टी पर हम सारी बात छोड़ें, क्योंकि ये सारी बात 3 मेंबर कमेटी के साथ दूध का दूध और पानी का पानी हो चुका है, क्लैरिटी हो चुकी है क्या वो चाहते हैं। ये मैं बिल्कुल नहीं कहता कि उनको रोल ना दिया जाए, मैं कहता हूँ ज़रूर रोल दिया जाए।